कोई इंडस्ट्री वास्ते, क्योंकि तुसीं जानदे हो कि इंडस्ट्री जिहड़ी है काफ़ी उरे पंजाब च है, तो उन्हां वास्ते कोई अच्छी स्कीम होवे जिहड़ा ਉਹ ਫਾਇਦਾ ਔਰ ਲਾਹਾ ਲੈ ਸਕਣ। ਕੁਝ ਹੋਰ ਵੀ ਸਕੀਮਾਂ ਨਵੀਆਂ ਆਈਆਂ ਨੇ, ਜਿਵੇਂ 2 ਕਿਲੋਵਾਟ ਤੋਂ ਜਿਨ੍ਹਾਂ ਦਾ ਘੱਟ ਲੋਡ ਸੀ ਉਹਨਾਂ ਦਾ ਜੇ ਕੋਈ ਪਿਛਲਾ ਬਕਾਇਆ ਖੜਾ ਸੀ ਉਹ ਵੀ ਸਰਕਾਰ ਨੇ ਸੈਪਟੰਬਰ ਤੱਕ ਦੇ ਬਿੱਲ ਦੇ ਵਿੱਚ ਜੋ ਲੱਗ ਕੇ ਆਏ ਸੀ ਉਹਨਾਂ ਨੂੰ ਮਾਫ ਕੀਤਾ ਹੈ। ਕੰਡੀਸ਼ਨ ਜ਼ਰੂਰੀ ਹੈ ਕਿ ਵੀ 1 ਕਿਲੋਵਾਟ ਤੋਂ ਘੱਟ ਹੈ ਫਿਰ ਹੀ ਮਾਫ ਹੋਏਗਾ। ਫਰੀडम फाइटर ਦੇ ਕੁਛ ਆਪਣੇ ਵਾਰਿਸ ਵਗੈਰਾ ਹੁੰਦੇ ਨੇ, ਉਹਨਾਂ ਲਈ ਵੀ ਇੱਕ ਨਵੀਂ ਸਕੀਮ ਹੁਣੇ ਪਿਛਲੇ ਮੰਥ ਹੀ ਲਾਂਚ ਹੋਈ ਹੈ। ਤਾਂ ਜੋ ਜ਼ਿਆਦਾ ਅਮਾਊਂਟ ਵਾਲੇ ਤਕਰੀਬਨ 3700 ਲੋਕਾਂ ਨੇ ਉਹ ਫਾਰਮ ਭਰ ਦਿੱਤੇ ਨੇ ਤੇ ਉਹਨਾਂ ਦਾ ਤਕਰੀਬਨ ਆਪਾਂ 2.5 ਕਰੋੜ ਦੇ ਕਰੀਬ ਅਮਾਊਂਟ ਮਾਫ ਕੀਤੀ ਜਾ ਸਕਦੀ। ਪਿੰਡਾਂ ਬਾਰੇ, ਮੋਟਰਾਂ ਬਾਰੇ ਕੋਈ ਐਸੀ ਸਕੀਮ ਹੈ ਜਿਹਦੇ ਨਾਲ ਉਹ ਮੋਟਰ ਦੇ ਕਨੈਕਸ਼ਨ ਈਜ਼ੀਲੀ ਲੈ ਸਕਦੇ ਹੈ, ਉੱਥੇ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਨੂੰ ਕਈ ਵਾਰ ਬਹੁਤ ਦਿੱਕਤ ਆਉਂਦੀ ਹੈ, ਇਹਦੇ ਬਾਰੇ ਕੁਝ ਹੈ ਸਕੀਮ? ਤੇ 20 ਕਿਲੋਵਾਟ ਤੱਕ ਜਿੰਨੀ ਵੀ ਮੋਟਰ ਲੱਗੀ ਹੈ, 20 bhp ਤੱਕ ਜੋ ਮੋਟਰਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਬਿਜਲੀ ਫ੍ਰੀ ਹੈ। ਇਹ ਬਿਜਲੀ ਘੱਟ ਫੁਕੀ ਹੈ ਲੇਕਿਨ ਬਿੱਲ ਜ਼ਿਆਦਾ ਆਇਆ, ਇਹਦੇ ਵਾਸਤੇ ਕੰਜ਼ਿਊਮਰ ਕੀ ਕਰ ਸਕਦਾ? ਜੋ ਮੀਟਰ ਵਗੈਰਾ ਕਿਸੇ ਦਾ ਤੇਜ਼ ਚੱਲ ਰਿਹਾ ਉਹਨੂੰ ਤਾਂ ਉਹ ਇੱਕ ਮਾਈਨਰ ਜੀ ਫੀਸ ਹੁੰਦੀ ਹੈ ਤੇ ਉਹ ਭਰ ਕੇ ਆਪਾਂ ਉਹਨੂੰ ਚੈਲੰਜ ਕਰ ਸਕਦੇ ਹਾਂ, ਨਾਲੇ ਤਾਂ ਆਪਣਾ ਮੀਟਰ ਬਦਲੀ ਹੋ ਜਾਂਦਾ ਹੈ। ਉਹ ਕਹਿੰਦੇ ਜੀ ਅਸੀਂ ਚੋਰੀ ਨਹੀਂ ਕੀਤੀ, ਲੇਕਿਨ ਸਾਡੇ 'ਤੇ ਚੋਰੀ ਦਾ ਇਲਜ਼ਾਮ ਲੱਗ ਗਿਆ ਕਿ ਅਸੀਂ ਬਿਜਲੀ ਚੋਰੀ ਕੀਤੀ ਹੈ। ਐਸੇ ਕੇਸਾਂ ਵਾਸਤੇ ਕੀ ਹੁੰਦਾ ਹੈ? ਜੇ ਕੋਈ ਮੌਕੇ 'ਤੇ ਬੰਦਾ ਚੋਰੀ ਕਰਦਾ ਫੜਿਆ ਜਾਂਦਾ, ਮਤਲਬ ਕਿਸੇ ਨੇ ਡਾਇਰੈਕਟ ਤਾਰ ਲਾਈ ਹੋਈ ਹੈ ਜਾਂ ਆਪਣੇ ਮੀਟਰ ਦੇ ਨਾਲ ਕੋਈ ਛੇੜਛਾੜ ਕੀਤੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਉਹਦਾ ਆਪਾਂ ਮੌਕੇ ਦੇ ਉੱਪਰ ਤਾਂ ਕਨੈਕਸ਼ਨ ਕੱਟ ਦਿੰਦੇ ਆ ਜੀ, ਤੇ ਨਾਲ ਉਹਨੂੰ 24 ਘੰਟਿਆਂ ਦੇ ਵਿੱਚ ਅਸੀਂ ਨੋਟਿਸ ਜਾਰੀ ਕਰਦੇ ਹਾਂ, ਕੁਛ ਅਮਾਊਂਟ ਤਿਆਰ ਕਰਕੇ ਪਿਛਲੇ 1 ਸਾਲ ਦੇ ਉਹਨੂੰ ਚਾਰਜਿਸ ਪੈਂਦੇ ਨੇ। ਸਲਾਮ, ਸਤਿ ਸ਼੍ਰੀ ਅਕਾਲ, ਨਮਸਤੇ। ਇੱਕ ਵਾਰ ਮੈਂ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਕੁਛ ਚੰਗੀਆਂ ਗੱਲਾਂ, ਕੁਛ ਅਵੇਅਰਨੈਸ ਦੀਆਂ ਗੱਲਾਂ ਲੈ ਕੇ। ਇਸ ਵਕਤ ਅਸੀਂ ਮੌਜੂਦ ਹਾਂ ਮਲੇਰਕੋਟਲਾ ਦੇ ਬਿਜਲੀ ਵਿਭਾਗ ਦੇ ਵਿੱਚ, ਜਿੱਥੇ ਅਸੀਂ ਗੱਲ ਕਰਾਂਗੇ ਆਮਿਰ ਅਸ਼ਰਫ ਜੀ ਨਾਲ। ਉਹ ਸੀਨੀਅਰ ਐਕਸਨ ਨੇ ਉਰੇ, ਔਰ ਜਾਣਨ ਦੀ ਉਹਨਾਂ ਤੋਂ ਕੋਸ਼ਿਸ਼ ਕਰਾਂਗੇ ਕਿ ਆਮ ਲੋਕਾਂ ਵਾਸਤੇ ਜਿਹੜੀ ਹੈ ਕੀ ਸਕੀਮਾਂ ਨੇ ਇਹਦੇ 'ਚ, ਅਤੇ ਕੋਈ ਜੇ ਕੰਪਲੇਂਟ ਆ ਜਾਂਦਾ, ਜਿਵੇਂ ਕੋਈ ਕੁਛ ਆਪਣੇ ਮੀਟਰ ਕਈਆਂ ਦੇ ਮੀਟਰ ਤੇਜ਼ ਚੱਲਦੇ ਹੈ, ਜਾਂ ਕਈਆਂ ਦਾ ਬਿਜਲੀ ਦਾ ਬਿੱਲ ਜ਼ਿਆਦਾ ਆ ਜਾਂਦਾ ਹੈ, ਕਈਆਂ ਦੇ ਕੁਛ ਹੋਰ ਪ੍ਰੋਬਲਮਸ ਹੈ ਬਿਜਲੀ ਨੂੰ ਲੈ ਕੇ, ਵਿਭਾਗ ਨੂੰ ਲੈ ਕੇ, ਜਾਂ ਉਹਨਾਂ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਉਹਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਮਿਰ ਅਸ਼ਰਫ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਨਸਡੇ ਟਾਈਮਸ ਦੇ ਉੱਤੇ। ਅਸੀਂ ਜਾਣਨਾ ਚਾਹਾਂਗੇ, ਫਿਲਹਾਲ ਪਹਿਲਾਂ ਸਟਾਰਟਿੰਗ ਆਪਾਂ ਕਰਾਂਗੇ ਕਿ ਕੀ ਸਕੀਮਾਂ ਨੇ ਜਿਹੜੀਆਂ ਕਿ ਆਪਾਂ ਉਹਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਭਲਾ ਪਹੁੰਚਾ ਸਕਦੇ ਹਾਂ। ਹੁਸੈਨ ਜੀ, ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦੀ ਹਾਂ ਵੀ ਤੁਹਾਨੇ ਮੈਨੂੰ ਮੌਕਾ ਦਿੱਤਾ ਵੀ ਲੋਕਾਂ ਨੂੰ ਅਵੇਅਰ ਕਰ ਸਕਾਂ। ਅਤੇ ਇਸ ਵਕਤ ਆਪਣੇ ਕਈ ਸਕੀਮਾਂ ਜਿਵੇਂ ਪੰਜਾਬ ਗਵਰਨਮੈਂਟ ਨੇ ਚਲਾਈਆਂ ਹੋਈਆਂ ਨੇ, ਜਿਵੇਂ ਆਪਣੇ ਕੁਛ OBC ਖਾਤੇ ਨੇ, ਜਾਂ ਆਪਣੇ ਖਪਤਕਾਰ ਨੇ ਜੋ SC ST ਕੈਟਾਗਰੀ ਨੂੰ ਬਿਲੋਂਗ ਕਰਦੇ ਨੇ, ਉਹਨਾਂ ਲਈ ਹਰ ਮਹੀਨੇ ਉਹਨਾਂ ਨੂੰ 200 ਯੂਨਿਟ ਫ੍ਰੀ ਦਿੱਤੇ ਜਾਂਦੇ ਨੇ। ਉਸ ਦੇ ਲਈ ਥੋੜ੍ਹੀ ਜਿਹੀ ਫਾਰਮੈਲਿਟੀ ਕਰਨੀ ਹੁੰਦੀ ਹੈ ਵੀ ਇੱਕ ਤਾਂ ਬੰਦੇ ਦਾ ਲੋਡ 1 ਕਿਲੋਵਾਟ ਤੋਂ ਘੱਟ ਹੋਣਾ ਚਾਹੀਦਾ, ਅਤੇ ਉਹਨੂੰ ਨਾਲ ਆਪਣਾ ਕਰੰਟ ਜਿਹੜਾ ਹੈਗਾ OBC ਜਾਂ SC ST ਦਾ ਸਰਟੀਫਿਕੇਟ ਲਾ ਕੇ ਉਹਨੂੰ ਇੱਕ ਐਪਲੀਕੇਸ਼ਨ ਦੇਣੀ ਹੁੰਦੀ ਹੈ ਆਪਣਾ ਲੋਡ ਘੱਟ ਕਰਾਉਣ ਵਾਸਤੇ। ਅਤੇ ਉਹਦੇ ਉੱਪਰ ਸਾਡਾ JE ਜਾ ਕੇ ਉਹਨੂੰ ਚੈੱਕ ਕਰਦਾ ਉਹਦਾ ਕਨੈਕਟਿੰਗ ਲੋਡ। ਜੇ ਉਹਦਾ ਕਨੈਕਟਿੰਗ ਲੋਡ ਵਾਕਈ 1 ਕਿਲੋਵਾਟ ਤੋਂ ਘੱਟ ਹੁੰਦਾ ਤਾਂ ਉਹਨੂੰ ਅਗਲੇ ਬਿੱਲ ਤੋਂ ਬਾਅਦ ਉਹ ਮਾਫੀ ਲੱਗ ਕੇ ਆਉਣੀ ਸ਼ੁਰੂ ਹੋ ਜਾਂਦੀ ਹੈ, 200 ਯੂਨਿਟ ਹਰ ਮੰਥ। ਅਤੇ ਇਸ ਤੋਂ ਇਲਾਵਾ ਆਪਣੇ ਕੁਛ ਹੋਰ ਵੀ ਸਕੀਮਾਂ ਨਵੀਆਂ ਆਈਆਂ ਨੇ, ਜਿਵੇਂ 2 ਕਿਲੋਵਾਟ ਤੋਂ ਜਿਨ੍ਹਾਂ ਦਾ ਘੱਟ ਲੋਡ ਸੀ ਉਹਨਾਂ ਦਾ ਜੇ ਕੋਈ ਪਿਛਲਾ ਬਕਾਇਆ ਖੜਾ ਸੀ ਉਹ ਵੀ ਸਰਕਾਰ ਨੇ ਸੈਪਟੰਬਰ ਤੱਕ ਦੇ ਬਿੱਲ ਦੇ ਵਿੱਚ ਜੋ ਲੱਗ ਕੇ ਆਏ ਸੀ ਉਹਨਾਂ ਨੂੰ ਮਾਫ ਕੀਤਾ ਹੈ, ਅਤੇ ਉਹਦੀ ਪੇਮੈਂਟ ਵੀ ਸਰਕਾਰ ਵੱਲੋਂ PSPCL ਨੂੰ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਵੀ ਮਤਲਬ ਕਈ ਹੋਰ ਜਿਵੇਂ ਆਪਣੇ ਫਰੀडम फाइटर ਦੇ ਕੁਛ ਆਪਣੇ ਵਾਰਿਸ ਵਗੈਰਾ ਹੁੰਦੇ ਨੇ, ਉਹਨਾਂ ਲਈ ਵੀ ਇੱਕ ਨਵੀਂ ਸਕੀਮ ਹੁਣੇ ਪਿਛਲੇ ਮੰਥ ਹੀ ਲਾਂਚ ਹੋਈ ਹੈ। ਉਹਨਾਂ ਨੂੰ 300 ਯੂਨਿਟ ਹਰ ਮੰਥ ਮਾਫ ਕੀਤੇ ਗਏ ਨੇ ਜੇ ਉਹਨਾਂ ਦਾ ਲੋਡ 1 ਕਿਲੋਵਾਟ ਤੋਂ ਘੱਟ ਹੈ। ਮਤਲਬ ਉਹਦੇ ਵਾਸਤੇ ਕੰਡੀਸ਼ਨ ਜ਼ਰੂਰੀ ਹੈ ਕਿ ਵੀ 1 ਕਿਲੋਵਾਟ ਤੋਂ ਘੱਟ ਹੈ ਫਿਰ ਹੀ ਮਾਫ ਹੋਏਗਾ। ਮਾਫੀ ਸਿਰਫ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦਾ ਲੋਡ 1 ਕਿਲੋਵਾਟ ਤੋਂ ਘੱਟ ਹੈ। ਕੁਛ ਗੱਲਾਂ ਆ ਰਹੀਆਂ ਸੀ ਕਿ ਜਿਵੇਂ ਚੰਨੀ ਜੀ ਨੇ ਇਹ ਬਿਜਲੀ ਦੇ ਬਿੱਲ ਜਿਹੜੇ ਨਵੰਬਰ 'ਚ ਮਾਫ ਕੀਤੇ, ਨਵੰਬਰ ਦੀ ਡੇਟ ਨਵੰਬਰ 1 ਜਾਂ 2 ਸੀ, ਤੁਸੀਂ ਬਿਜਲੀ ਦੇ ਬਿੱਲ ਜਿਹੜੇ ਮਾਫ ਕੀਤੇ ਉਹ ਸੈਪਟੰਬਰ 'ਚ ਕੀਤੇ ਹੈ, ਤਾਂ ਇਹ ਹੁਣ ਜਿਹੜਾ ਅਗਲੇ ਬਿੱਲ ਆਉਣਗੇ ਉਹ ਨਵੰਬਰ ਤੱਕ ਕਲੀਅਰ ਹੋ ਕੇ ਆਉਣਗੇ ਕਿ ਨਵੰਬਰ ਤੱਕ ਦੇ ਮਾਫ ਹੋਣਗੇ ਬਿਜਲੀ ਦੇ ਬਿੱਲ, ਜਾਂ ਸਿਰਫ ਸੈਪਟੰਬਰ ਤੱਕ ਦੇ ਹੀ ਮਾਫ ਹੋਣਗੇ? ਨਹੀਂ ਸਰ, ਜੋ ਸੈਪਟੰਬਰ ਤੋਂ ਪਹਿਲਾਂ 30 ਸਤੰਬਰ ਤੋਂ ਪਹਿਲਾਂ ਜੋ ਵੀ ਕਿਸੇ ਬੰਦੇ ਨੂੰ ਲਾਸਟ ਬਿੱਲ ਆਇਆ ਹੈ, ਚਾਹੇ ਉਹ ਅਗਸਤ ਦੇ ਵਿੱਚ ਆਇਆ, ਕਿਉਂਕਿ ਆਪਣਾ 2 ਮਹੀਨਿਆਂ ਦਾ ਸਾਈਕਲ ਹੁੰਦਾ, ਚਾਹੇ ਅਗਸਤ 'ਚ ਆਇਆ ਜਾਂ ਸੈਪਟੰਬਰ ਦੇ ਵਿੱਚ ਆਇਆ, 30 ਸਤੰਬਰ ਤੱਕ ਜੋ ਲਾਸਟ ਬਿੱਲ ਆਇਆ ਉਹਦੇ ਵਿੱਚ ਜੋ ਉਹਦਾ ਬਕਾਇਆ ਲੱਗਿਆ ਹੋਇਆ ਸੀ, ਯਾਨੀ ਪਿਛਲੇ ਬਿੱਲ ਦਾ ਜੇ ਕੁਛ ਖੜਾ ਸੀ, ਸਿਰਫ ਉਹੀ ਸਰਕਾਰ ਵੱਲੋਂ ਮਾਫ ਕੀਤਾ ਗਿਆ, ਅਤੇ ਉਸੇ ਦੀ ਪੇਮੈਂਟ ਸਿਰਫ ਸਰਕਾਰ ਵੱਲੋਂ PSPCL ਨੂੰ ਕੀਤੀ ਜਾਣੀ ਹੈ। ਉਸ ਤੋਂ ਬਾਅਦ ਜੋ ਵੀ ਬਿੱਲ ਆਏ ਹੈ, ਜਾਂ ਸੈਪਟੰਬਰ ਦਾ ਜੋ ਕਰੰਟ ਬਿੱਲ ਸੀ ਉਸ ਮੰਥ ਦਾ, ਉਹ ਭਰਨਾ ਜ਼ਰੂਰੀ ਹੈ। ਉਹ ਕੋਈ ਲੋਕ ਇਹ ਨਾ ਸਮਝਣ ਵੀ ਉਸ ਤੋਂ ਬਾਅਦ ਵਾਲੇ ਵੀ ਮਾਫ ਹੋਣਗੇ।
ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਸੈਪਟੈਂਬਰ ਤੋਂ ਬਾਅਦ ਜਿਹੜੇ ਬਿੱਲ ਆਏ ਹੈ ਉਹ ਤੁਹਾਨੂੰ ਆਮ ਜਨਤਾ ਨੂੰ ਭਰਨੇ ਹੀ ਪੈਣੇ। ਸੈਪਟੈਂਬਰ ਦਾ ਵੀ ਜੋ ਕਰੰਟ ਬਿੱਲ ਹੈ ਉਹ ਭਰਨ ਹੀ ਹੋ ਗਿਆ। ਉਸ ਤੋਂ ਪਿੱਛੇ ਜੇ ਕਿਸੇ ਦਾ ਕੋਈ ਛੱਡਿਆ ਹੋਇਆ ਬਕਾਇਆ ਸੀ ਸਿਰਫ ਉਹੀ ਸਰਕਾਰ ਵੱਲੋਂ ਮਾਫ ਕੀਤਾ ਗਿਆ ਜੀ। ਕੋਈ ਇੰਡਸਟਰੀ ਵਾਸਤੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇੰਡਸਟਰੀ ਜਿਹੜੀ ਹੈ ਕਾਫੀ ਉਰੇ ਪੰਜਾਬ 'ਚ ਹੈ, ਤਾਂ ਉਹਨਾਂ ਵਾਸਤੇ ਕੋਈ ਅੱਛੀ ਸਕੀਮ ਹੋਵੇ ਜਿਹੜਾ ਉਹ ਫਾਇਦਾ ਉਹ ਲਾਹਾ ਲੈ ਸਕਣ। ਹਾਂਜੀ, ਹੁਣੇ ਸਰ ਪਿੱਛੇ ਜੇ ਆਪਣੇ ਇਹਨਾਂ ਨੇ ਇੱਕ ਤਾਂ MS ਕਨੈਕਸ਼ਨ ਦੇ ਫਿਕਸ ਚਾਰਜਿਸ ਆਪਣੇ ਸਰਕਾਰ ਵੱਲੋਂ ਮਾਫ ਕੀਤੇ ਗਏ ਨੇ, ਹਾਫ ਕੀਤੇ ਗਏ ਨੇ ਜੀ। ਅਤੇ ਉਸ ਤੋਂ ਇਲਾਵਾ ਵੀ ਆਪਣੇ ਕੁਛ ਇੰਡਸਟਰੀਆਂ ਵਾਸਤੇ ਇਹਨਾਂ ਨੇ ਕੀਤਾ ਕਿ ਜੋ ਆਪਣੇ ਨਾਈਟ ਦੇ ਵਿੱਚ ਚਲਾਉਂਦੇ ਨੇ ਸਪੈਸੀਫਿਕਲੀ ਉਹਨਾਂ ਨੂੰ ਨਾਈਟ ਰਿਬੇਟ ਦਿੱਤੀ ਜਾਂਦੀ ਹੈ। ਕਈ ਇੰਡਸਟਰੀਆਂ ਨੇ ਆਪਣੇ ਇੱਥੇ 2-3 ਨੇ ਜਿਨ੍ਹਾਂ ਨੇ ਉਹਦਾ ਲਾਭ ਵੀ ਲਿਆ। ਉਹਦੇ ਵਾਸਤੇ ਕੀ ਹੁੰਦੀ ਹੈ ਨਾਈਟ ਰਿਬੇਟ? ਕੀ ਹੁੰਦੀ ਹੈ ਨਾਈਟ ਰਿਬੇਟ? ਹੁੰਦੀ ਹੈ ਵੀ ਜੋ ਬੰਦਾ ਆਪਣਾ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਦੇ ਵਿਚਕਾਰ ਜੋ ਆਪਣਾ ਇੰਡਸਟਰੀ ਨੂੰ ਚਲਾਉਂਦੇ ਨੇ ਉਹਦੇ ਉੱਪਰ ਆਪਣੇ ਯੂਨਿਟਾਂ ਦੇ ਉੱਪਰ ਕੁਛ ਛੋਟ ਹੁੰਦੀ ਹੈ ਕੁਛ ਰੁਪਏ ਦੀ। ਤਾਂ ਸਿਰਫ ਮਤਲਬ ਉਸ ਤੋਂ ਇਲਾਵਾ ਪੂਰੇ ਦਿਨ ਦੇ ਵਿੱਚ ਉਹ 10% ਲੋਕ ਹੋਰ ਚਲਾ ਸਕਦੇ ਨੇ, ਵੀ ਉਸ ਤੋਂ ਜ਼ਿਆਦਾ ਨਹੀਂ ਚਲਾ ਸਕਦੇ। ਜੇ ਉਸ ਨੂੰ ਕ੍ਰਾਸ ਕਰਦੇ ਆ ਤਾਂ ਉਹਨਾਂ ਨੂੰ ਫਿਰ ਉਹ ਰਿਬੇਟ ਨਹੀਂ ਮਿਲਦੀ। ਚੰਨੀ ਜੀ ਨੇ ਜਿਹੜੇ ਇਹ ਬਿੱਲ ਮਾਫ ਕੀਤੇ ਹੈ ਉਹ ਬਿੱਲ ਮਾਫ ਹੋ ਚੁੱਕੇ ਹੈ ਜਾਂ ਹਜੇ ਹੋਣੇ ਹੈ? ਜੋ ਬਿੱਲ ਮਾਫ ਕੀਤੇ ਨੇ ਉਹ ਸਾਰਿਆਂ ਦੇ ਆਪਣੇ ਬਿੱਲਾਂ ਦੇ ਉੱਪਰ ਲਿਖ ਕੇ ਆ ਗਏ ਹੈ ਕਿ ਇੰਨੀ ਪੇਮੈਂਟ ਆਪਣੇ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ। ਕੁਛ ਆਈਡੀਆ ਦੱਸ ਸਕਦੇ ਹੋ ਕਿ ਮਲੇਰਕੋਟਲਾ, ਤੁਸੀਂ ਤਾਂ ਮਲੇਰਕੋਟਲਾ ਦੇ ਹੋ, ਤਾਂ ਮਲੇਰਕੋਟਲੇ ਤੋਂ ਕਿੰਨੇ ਕੁ ਰਿਬੇਟ, ਮਤਲਬ ਕਿੰਨਾ ਕੁ ਬਿੱਲ, ਕਿੰਨੀ ਅਮਾਊਂਟ ਦਾ ਬਿੱਲ ਮਾਫ ਕੀਤਾ ਗਿਆ ਹੈ ਆਪਣੇ? ਹਾਂਜੀ, ਆਪਣੇ ਤਕਰੀਬਨ 3700 ਲੋਕਾਂ ਨੇ ਹੁਣ ਤੱਕ ਫਾਰਮ ਭਰੇ ਨੇ, ਜਦੋਂ ਕਿ ਸਾਡੇ ਇਸ ਕੈਟਾਗਰੀ ਦੇ ਵਿੱਚ ਵੀ ਆਪਾਂ 2 ਕਿਲੋਵਾਟ ਤੋਂ ਘੱਟ ਵਾਲੇ ਜੇ ਕਾਊਂਟ ਕਰੀਏ ਤਕਰੀਬਨ 26000 ਕੰਜ਼ਿਊਮਰ ਨੇ। ਪਰ ਕਿਸੇ ਦੇ ਘੱਟ ਅਮਾਊਂਟ ਵੀ ਹੁੰਦੀ ਹੈ, ਜਿਵੇਂ 100-200 ਇੱਦਾਂ ਵੀ ਹੈ। ਤਾਂ ਜੋ ਜ਼ਿਆਦਾ ਅਮਾਊਂਟ ਵਾਲੇ ਤਕਰੀਬਨ 3700 ਲੋਕਾਂ ਨੇ ਉਹ ਫਾਰਮ ਭਰ ਦਿੱਤੇ ਨੇ ਅਤੇ ਉਹਨਾਂ ਦਾ ਤਕਰੀਬਨ ਆਪਾਂ 2.5 ਕਰੋੜ ਦੇ ਕਰੀਬ ਅਮਾਊਂਟ ਮਾਫ ਕੀਤੀ ਜਾ ਚੁੱਕੀ ਹੈ। ਅਤੇ ਹੁਣ ਜਿਹੜੇ 3700 ਤੋਂ ਇਲਾਵਾ ਜੇ ਰਹਿ ਗਏ ਉਹਨਾਂ ਵਾਸਤੇ ਜੇ ਟਾਈਮ ਹੈਗਾ ਮਾਫ ਕਰਨ ਦਾ ਜਾਂ ਖਤਮ ਹੋ ਚੁੱਕਿਆ? ਫਾਰਮ ਸਾਰਿਆਂ ਵਾਸਤੇ ਭਰਨਾ ਜ਼ਰੂਰੀ ਹੈ ਜੀ। ਨਹੀਂ, ਖਤਮ ਹੋ ਚੁੱਕਿਆ ਟਾਈਮ ਜਾਂ ਹਜੇ ਉਹ ਭਰ ਸਕਦੇ? ਉਹਦੀ ਕੋਈ ਲਿਮਿਟ ਨਹੀਂ ਹੈਗੀ, ਉਹ ਕਦੇ ਵੀ ਭਰ ਸਕਦੇ ਨੇ, ਪਰ ਮਾਫ ਸਿਰਫ ਉਹੀ ਹੋਣਗੇ ਜੋ ਸੈਪਟੈਂਬਰ ਵਾਲੇ ਬਿੱਲ ਦੇ ਵਿੱਚ ਪਿੱਛੇ ਲੱਗ ਕੇ ਆਏ ਹੋਏ ਸੀ। ਮਤਲਬ ਫਾਰਮ ਭਰਨਾ ਜ਼ਰੂਰੀ ਹੈ ਉਹਦੇ ਵਾਸਤੇ? ਭਰਨਾ ਜ਼ਰੂਰੀ ਹੈ, ਹਾਂਜੀ। ਤਾਂ ਫਿਰ ਇਹ ਐਡਾ ਬੜਾ ਗੈਪ ਕਿਵੇਂ, ਕਿਤੇ ਕਿਆ ਲੋਕਾਂ ਤੱਕ ਗੱਲ ਪਹੁੰਚ ਨਹੀਂ ਸਕੀ ਹੈ ਜਾਂ ਕਿਵੇਂ ਹੋਇਆ ਹੈ ਕਿ ਵੀ ਮਤਲਬ 26000 ਬਿੱਲ ਹੈ, ਕਿੱਥੇ 3700 ਹੋਇਆ? ਮਤਲਬ ਇਹ ਤੁਸੀਂ ਮੰਨ ਕੇ ਚੱਲੋ ਕਿ 23000 ਬੰਦੇ ਹਜੇ ਵੀ ਪੈਂਡਿੰਗ ਪਏ ਹੈ ਜਿਨ੍ਹਾਂ ਦੇ ਬਿੱਲ ਹਜੇ ਮਾਫ ਨਹੀਂ ਹੋਏ। ਅਤੇ ਉਹ ਕਿਆ ਕਾਰਨ ਮੰਨਦੇ ਹੋ ਕਿ ਲੋਕਾਂ ਤੱਕ ਸਕੀਮ ਦੀ ਗੱਲਬਾਤ ਨਹੀਂ ਪਹੁੰਚ ਸਕੀ ਹੈ? ਸਰ, ਜੋ ਸਾਡੇ ਕੋਲ ਆਪਣੇ ਕੈਲਕੂਲੇਸ਼ਨ ਆਉਂਦੀ ਹੈ ਜਾਂ ਸਾਨੂੰ ਪਤਾ ਲੱਗਦਾ ਵੀ ਇੰਨੇ ਸਾਡੇ ਬੰਦੇ ਰਹਿ ਗਏ, ਉਹ ਸਾਡੇ ਕੋਲ ਹੁੰਦਾ ਵੀ ਜੇ ਕਿਸੇ ਦਾ 1 ਰੁਪਿਆ ਵੀ ਪੈਂਡਿੰਗ ਹੈ ਜਾਂ ਕਿਸੇ ਦੇ 100 ਰੁਪਏ ਵੀ ਪੈਂਡਿੰਗ ਨੇ ਤਾਂ ਸਾਡੇ ਕੋਲ ਸਾਰੀ ਉਹ ਲਿਸਟ ਇੱਕਦਮ ਸ਼ੋਅ ਹੋ ਜਾਂਦੀ ਹੈ, ਕਿਉਂਕਿ ਆਪਣਾ ਅੱਜ ਕੱਲ੍ਹ ਸੈਪ ਸਿਸਟਮ ਹੈ ਜੋ ਕਿ ਆਨਲਾਈਨ ਹੈ। ਪਰ ਉਹਦੇ ਵਿੱਚ ਕਈ ਜੋ ਛੋਟੀਆਂ ਅਮਾਊਂਟਾਂ ਨੇ ਉਹ ਮਾਰਜੀਨਲ ਹੁੰਦੀਆਂ ਨੇ, ਉਹ ਬੰਦਾ ਸਮਝਦਾ ਵੀ ਨਹੀਂ, ਕੋਈ ਜ਼ਰੂਰੀ ਸਮਝਣਾ ਵੀ ਅਗਲੀ ਵਾਰ ਅਗਲਾ ਭਰ ਹੀ ਦਿੰਦਾ ਉਹਨੂੰ। ਅਤੇ ਜੋ ਵੱਡੀਆਂ ਅਮਾਊਂਟਾਂ ਵਾਲੇ ਨੇ ਤਕਰੀਬਨ ਸਾਰੇ ਭਰ ਚੁੱਕੇ ਨੇ। ਆਪਾਂ ਹੁਣ ਹੀ ਕਰ ਰਹੇ ਤੇ ਇੰਡਸਟਰੀ ਬਾਰੇ ਕੋਈ ਗੱਲ ਕਰ ਰਹੇ ਤੇ, ਜੇ ਆਪਾਂ ਹੁਣ ਗੱਲ ਕਰੀਏ ਪਿੰਡਾਂ ਬਾਰੇ, ਮੋਟਰਾਂ ਬਾਰੇ, ਕੋਈ ਐਸੀ ਸਕੀਮ ਹੈ ਜਿਹਦੇ ਨਾਲ ਉਹ ਮੋਟਰ ਦੇ ਕਨੈਕਸ਼ਨ ਈਜ਼ੀਲੀ ਲੈ ਸਕਦੇ ਹੈ? ਉੱਥੇ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਨੂੰ ਕਈ ਵਾਰ ਬਹੁਤ ਦਿੱਕਤ ਆਉਂਦੀ ਹੈ, ਇਹਦੇ ਬਾਰੇ ਕੁਛ ਹੈ ਸਕੀਮ ਆਪਣੇ ਕੋਲ? ਸਰ, ਆਪਣੇ ਨਾ ਜਿਵੇਂ ਮਲੇਰਕੋਟਲਾ ਮੈਂ ਦੇਖਿਆ ਵੀ ਮਲੇਰਕੋਟਲੇ ਦੇ ਵਿੱਚ ਲੋਕਾਂ ਕੋਲ ਛੋਟੀਆਂ ਜ਼ਮੀਨਾਂ ਨੇ। ਉਹ ਜ਼ਮੀਨਾਂ ਵਾਸਤੇ ਜਿੰਨੀ ਕੁ ਆਪਾਂ ਨੂੰ ਪਾਣੀ ਦੀ ਰਿਕੁਆਇਰਮੈਂਟ ਹੈ ਉਨੇ ਕੁ ਕਨੈਕਸ਼ਨ ਆਲਰੇਡੀ ਜਾਰੀ ਹੋ ਚੁੱਕੇ ਨੇ। ਅਤੇ 20 ਕਿਲੋਵਾਟ ਤੱਕ ਜਿੰਨੀ ਵੀ ਮੋਟਰ ਲੱਗੀ ਹੈ, 20 BHP ਤੱਕ ਜੋ ਮੋਟਰਾਂ ਲੱਗੀਆਂ ਹੋਈਆਂ ਨੇ, ਉਹ ਉਹਨਾਂ ਨੂੰ ਬਿਜਲੀ ਫ੍ਰੀ ਹੈ ਸਰਕਾਰ ਵੱਲੋਂ, ਕਾਫੀ ਸਮੇਂ ਪਹਿਲਾਂ ਤੋਂ ਦਿੱਤੀ ਜਾ ਰਹੀ ਹੈ, ਪਿਛਲੀਆਂ ਸਰਕਾਰਾਂ ਦੇ ਟਾਈਮ ਤੋਂ ਹੀ। ਅਤੇ ਉਸ ਤੋਂ ਇਲਾਵਾ ਹੁਣ ਇਹਨਾਂ ਨੇ 2017 ਤੋਂ ਬਾਅਦ ਤਾਂ ਕੋਈ ਨਵੇਂ ਕਨੈਕਸ਼ਨ ਆਪਣੇ ਨਿਕਲੇ ਨਹੀਂ ਹੋਏ ਹਜੇ ਤੱਕ। ਵੈਸੇ ਰਿਕੁਆਇਰਮੈਂਟ ਵੀ ਨਹੀਂ ਹੈਗੀ ਇਸ ਟਾਈਮ, ਅਤੇ ਬਾਕੀ ਵੈਸੇ ਵੀ ਹੁਣ ਆਪਣੇ ਪਾਣੀ ਕਾਫੀ ਡੂੰਘੇ ਜਾ ਚੁੱਕੇ ਨੇ, ਉਸ ਕਰਕੇ ਵੀ ਹੋ ਸਕਦਾ ਵੀ ਹਜੇ ਸਰਕਾਰ ਨੇ ਜ਼ਰੂਰੀ ਨਹੀਂ ਸਮਝਿਆ ਇਹ। ਅਤੇ ਜੇ ਆਪਾਂ ਗੱਲ ਕਰੀਏ, ਦੇਖੋ ਕਈ ਲੋਕਾਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਸਾਡਾ ਜੀ ਬਿਜਲੀ ਦਾ ਬਿੱਲ ਜਿਹੜਾ ਹੈ ਵੱਧ ਆ ਗਿਆ। ਇਹਦੇ ਬਾਰੇ ਕੋਈ ਹੁੰਦਾ ਕਿ ਕੀ ਕਰਨਾ ਚਾਹੀਦਾ ਹੈ? ਜਿਹੜਾ ਕੰਜ਼ਿਊਮਰ ਹੈ ਉਹ ਕੀ ਕਰੇ ਕਿ ਜਿਵੇਂ ਹੁਣ ਉਹਨੂੰ ਲੱਗਦਾ ਕਿ ਬਿਜਲੀ ਘੱਟ ਫੁੱਕੀ ਹੈ ਲੇਕਿਨ ਬਿੱਲ ਜ਼ਿਆਦਾ ਆਇਆ, ਇਹਦੇ ਵਾਸਤੇ ਕੰਜ਼ਿਊਮਰ ਕੀ ਕਰ ਸਕਦਾ ਹੈ? ਸਰ, ਜੋ ਸਭ ਤੋਂ ਪਹਿਲਾਂ ਉਹਨੂੰ ਕੰਜ਼ਿਊਮਰ ਨੂੰ ਆਪਣਾ ਜਿਹੜਾ ਸੰਬੰਧਿਤ ਦਫ਼ਤਰ ਹੈ ਉਹਦੇ ਆਰਏ ਨਾਲ ਕੰਟੈਕਟ ਕਰਨਾ ਚਾਹੀਦਾ। ਆਰਏ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ ਹੈਗੇ ਆ ਤਕਰੀਬਨ। ਅਤੇ ਪਹਿਲਾਂ ਤਾਂ ਮਤਲਬ ਦਫ਼ਤਰ ਦੇ ਲੈਵਲ 'ਤੇ ਹੀ ਉਹਨੂੰ ਕਰੈਕਟ ਕੀਤਾ ਜਾ ਸਕਦਾ ਹੈ। ਜੇ ਕਈ ਵਾਰ ਹੁੰਦਾ ਕਿਸੇ ਦੀ ਕੋਈ ਰੀਡਿੰਗ ਗਲਤ ਲਈ ਗਈ ਕਿਸੇ ਮੀਟਰ ਰੀਡਰ ਤੋਂ, ਤਾਂ ਉਹ ਆਪਣਾ JE ਭੇਜਦੇ ਆ, ਉਹ ਇੱਕ ਲੋਕ ਚੈਕਿੰਗ ਰਜਿਸਟਰ ਦੇ ਵਿੱਚ ਆਪਣੇ ਉਹਨੂੰ ਐਂਟਰੀ ਕਰ ਲੈਂਦਾ ਅਤੇ ਜੋ ਕਰੰਟ ਰੀਡਿੰਗ ਹੁੰਦੀ ਆ ਉਹ ਪਾ ਕੇ ਸੈਪ ਦੇ ਉੱਪਰ ਨਾਲ ਦੀ ਨਾਲ ਆਪਣੇ ਸ਼ਹਿਰ ਦੀਆਂ ਦੋਨੋਂ ਸਬ ਡਿਵੀਜ਼ਨਾਂ ਦੇ ਵਿੱਚ ਆਪਣੇ ਸੈਪ ਸਿਸਟਮ ਹੈ, ਮੌਕੇ ਦੇ ਉੱਪਰ ਹੀ ਉਹਦੇ ਉੱਪਰ ਬਿੱਲ ਦਰੁਸਤ ਕੀਤਾ ਜਾ ਸਕਦਾ ਹੈ। ਜਿਹੜੀਆਂ ਆਪਣੀਆਂ ਨੌਨ ਸੈਪ ਸਬ ਡਿਵੀਜ਼ਨਾਂ ਨੇ ਪਿੰਡਾਂ ਵਾਲੀਆਂ, ਉਹਦੇ ਵਿੱਚ ਸਾਨੂੰ ਇੱਕ ਐਡਵਾਈਸ ਤਿਆਰ ਕਰਕੇ ਭੇਜਣੀ ਪੈਂਦੀ ਹੈ ਅਤੇ ਫਿਰ ਅਗਲੇ ਬਿੱਲ ਦੇ ਵਿੱਚ ਉਹ ਸਹੀ ਹੋ ਕੇ ਆਉਂਦਾ ਆਪਣਾ। ਜਦੋਂ ਉਹਦਾ ਅਗਲਾ ਬਿੱਲ ਆਏਗਾ ਉਹਦੇ ਵਿੱਚ ਕਰੈਕਸ਼ਨ ਹੋ ਕੇ ਆਉਂਦੀ ਹੈ। ਇਹਦੇ ਵਾਸਤੇ ਮਤਲਬ ਮਿਲੇ RE ਨੂੰ ਹੀ ਮਿਲੇ ਬੰਦਾ। ਪਰ ਜੇ ਕੁਛ ਚੀਜ਼ਾਂ ਹੁੰਦੀਆਂ ਨੇ ਜੀ, ਕੋਈ ਪੁਰਾਣਾ ਜਿਵੇਂ ਕਿਸੇ ਦੇ ਧਿਆਨ ਦੇ ਵਿੱਚ ਆਇਆ, ਕਈ ਵਾਰ ਉਹਦਾ ਆਡਿਟ ਹੋ ਚੁੱਕਿਆ ਹੁੰਦਾ ਹੈ, ਫਿਰ ਉਹ ਆਪਾਂ ਨੂੰ ਇੱਕ ਰਿਫੰਡ ਕਮੇਟੀ ਦੇ ਵਿੱਚ ਉਹਨਾਂ ਨੂੰ ਤਿਆਰ ਕਰਕੇ ਕੇਸ ਭੇਜਣਾ ਪੈਂਦਾ ਹੈ। ਉਹ ਫਿਰ ਕੇਸ ਸਾਡੇ ਕੋਲ ਆਉਂਦਾ, ਇੱਥੇ ਸਾਡੇ ਕੋਲ ਪਟਿਆਲੇ ਤੋਂ ਆਉਂਦੀ ਹੈ ਟੀਮ, ਅਤੇ ਉਹ ਨਾਲ ਬਹਿ ਕੇ ਫਿਰ ਸਾਡੇ ਇੱਕ ਮੀਟਿੰਗ ਹੁੰਦੀ ਹੈ, ਆਪਾਂ ਖਪਤਕਾਰ ਨੂੰ ਵੀ ਬੁਲਾਉਂਦੇ ਹਾਂ। ਅਤੇ ਜੇ ਆਪਾਂ ਨੂੰ ਲੱਗਦਾ ਵੀ ਵਾਕਈ ਉਹਦੇ ਨਾਲ ਕੋਈ ਉਹਦੇ ਬਿੱਲ ਦੇ ਵਿੱਚ ਕੋਈ ਖਰਾਬੀ ਹੈ, ਕੋਈ ਨੁਕਸ ਹੈ, ਤਾਂ ਉਹਨੂੰ ਆਪਾਂ
ਇੱਕ ਉਹਦਾ ਸਪੀਕਿੰਗ ਆਰਡਰ ਜਾਰੀ ਹੁੰਦਾ ਤੇ ਉਹਦੇ ਨਾਲ ਕਰੈਕਸ਼ਨ ਕੀਤੀ ਜਾਂਦੀ ਹੈ। ਤੇ ਜਿਹੜੀ ਆਹ ਤੁਸੀਂ ਲਾਸਟ ਗੱਲ ਦੱਸੀ ਹੈ ਮੈਨੂੰ ਕਿ ਵੀ ਇਹ ਉੱਥੇ ਇੱਕ ਕਮੇਟੀ ਕੋਲ ਜਾਂਦਾ ਹੈ, ਪਟਿਆਲੇ ਜਾਂਦਾ ਹੈ, ਇਹਦੇ ਵਾਸਤੇ ਫਿਰ ਉਹ ਕਸਟਮਰ ਨੂੰ ਤੁਹਾਡੇ ਕੋਲ ਹੀ ਆਉਣਾ ਪੈਂਦਾ ਹੈ ਥਰੂ ਕੀ ਮਤਲਬ ਜਿਹੜਾ ਪ੍ਰੋਸੈਸ ਹੈ ਉਹ ਜਾਂ ਫਾਈਲ ਤਿਆਰ ਹੋਗੀ ਕੀ ਹੋਏਗਾ ਇਹਦਾ? ਸਰ ਇਹ ਜੋ ਡਿਸਪਿਊਟ ਸੈਟਲਮੈਂਟ ਕਮੇਟੀ ਹੁੰਦੀ ਹੈ ਇਹਦਾ ਮਤਲਬ ਇੱਕ ਕੁਛ ਇਹਨਾਂ ਨੇ ਲਿਮਿਟਸ ਬਣਾਈਆਂ ਹੋਈਆਂ ਨੇ ਵੀ 50,000 ਤੱਕ ਜੇ ਕੇਸ ਹੈ ਤਾਂ ਉਹ ਸਾਡੇ ਕੋਲ ਲੱਗਦਾ ਹੈ ਤਾਂ ਉਹਨੂੰ ਮੇਰੇ ਕੋਲ ਆਉਣਾ ਪੈਂਦਾ ਪਹਿਲਾਂ ਐਪਲੀਕੇਸ਼ਨ ਲੈ ਕੇ। ਜਿਹੜੀ 50,000 ਤੋਂ ਉੱਪਰ 2 ਲੱਖ ਤੱਕ ਲਿਮਿਟ ਹੈਗੀ ਉਹ ਆਪਣੇ SC ਸਾਹਿਬ ਦੀ ਹੈ ਤੇ ਉਸ ਤੋਂ ਉੱਪਰ ਆਪਣੇ ਚੀਫ ਸਾਹਿਬ ਦੀ ਆ ਜਾਂਦੀ ਹੈ ਲਿਮਿਟ ਵੀ ਜੋ ਆਪਣਾ ਉਹਦਾ ਇੰਚਾਰਜ ਹੈ ਕਮੇਟੀ ਦਾ ਉਹਦੇ ਕੋਲ ਜਾਣਾ ਪਊਗਾ। ਇਸ ਤੋਂ ਇਲਾਵਾ ਵੀ ਆਪਣੇ ਜੇ ਇੱਕ ਹੋਰ ਫੋਰਮ ਬਣਿਆ ਹੋਇਆ ਸੈਂਟਰਲ ਗਰੀਵੈਂਸ ਰਿਡਰੈਸਲ ਫੋਰਮ, ਉਹਦੇ ਵਿੱਚ ਵੀ ਕੋਈ ਵੀ ਬੰਦਾ ਉਹਨੂੰ ਡਾਇਰੈਕਟਲੀ ਵੀ ਅਪਰੋਚ ਕਰ ਸਕਦਾ ਹੈ ਜਾਂ ਸਾਡੇ ਕਿਸੇ ਡਿਸੀਜਨ ਤੋਂ ਅਸਹਿਮਤ ਹੋ ਜਾਂਦਾ ਕਿਸੇ ਕਮੇਟੀ ਦੇ ਤਾਂ ਉਹ ਵੀ ਅਪਰੋਚ ਕਰ ਸਕਦਾ ਉਹਨੂੰ। ਜਿਹੜਾ ਮੀਟਰ ਵਗੈਰਾ ਤੇਜ਼ ਹੋ ਜਾਂਦੇ ਆ ਇਹਨਾਂ ਦੀ ਵੀ ਇਹੀ ਸਿਸਟਮ ਰਹਿੰਦਾ ਜਾਂ ਕੁਛ ਅਲੱਗ ਹੁੰਦਾ? ਜੋ ਮੀਟਰ ਵਗੈਰਾ ਕਿਸੇ ਦਾ ਤੇਜ਼ ਚੱਲ ਰਿਹਾ ਉਹਨੂੰ ਤਾਂ ਉਹ ਇੱਕ ਮਾਈਨਰ ਜੀ ਫੀਸ ਹੁੰਦੀ ਹੈ ਤੇ ਉਹ ਭਰ ਕੇ ਆਪਾਂ ਉਹਨੂੰ ਚੈਲੰਜ ਕਰ ਸਕਦੇ ਹਾਂ, ਨਾਲੇ ਤਾਂ ਆਪਣਾ ਮੀਟਰ ਬਦਲੀ ਹੋ ਜਾਂਦਾ ਹੈ ਤੇ ਜੋ ਉਤਰਿਆ ਹੋਇਆ ਮੀਟਰ ਹੈ ਉਸ ਤੋਂ ਬਾਅਦ ਉਹ ਜਾ ਕੇ ਆਪਣੇ ME ਲੈਬ ਸੰਗਰੂਰ ਦੀ ਜਾਂ ਪਟਿਆਲਾ ਜੋ ਵੀ ਉਹਦੀ ਹੁੰਦੀ ਹੈ 3 ਫੇਜ਼ ਆਪਣੇ ਪਟਿਆਲੇ ਚੈੱਕ ਹੁੰਦੇ ਹੈ ਤੇ ਇਸੇ ਤਰ੍ਹਾਂ ਉਹਨਾਂ ਨੂੰ ਚੈੱਕ ਕਰਕੇ ਜਿੰਨਾ ਉਹ ਚੈੱਕ ਕਰਦੇ ਆ ਵੀ ਆਪਣਾ ਮੀਟਰ ਫਾਸਟ ਜਾਂ ਸਲੋ ਚੱਲ ਰਿਹਾ ਉਹਦੇ ਮੁਤਾਬਕ ਉਹਦਾ ਪਿਛਲੇ 6 ਮਹੀਨਿਆਂ ਦਾ ਖਾਤਾ ਸੋਧ ਦਿੱਤਾ ਜਾਂਦਾ ਹੈ। ਕੁਛ ਲੋਕ ਚੋਰੀ ਵੀ ਕਰਦੇ ਆ ਬਿਜਲੀ ਦੀ, ਮੀਟਰ ਦੇ ਥਰੂ ਵੀ ਕਰਦੇ ਆ, ਇੱਦਾਂ ਵੀ ਉਹਨਾਂ ਵਾਸਤੇ ਕੀ ਹੈ, ਕੀ ਸਜ਼ਾ ਹੁੰਦੀ ਹੈ, ਕਿੱਦਾਂ ਚੱਲਦਾ ਹੈ ਉਹ ਸਿਸਟਮ ਤੇ ਉਹਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਹੈ? ਜੇ ਕੋਈ ਮੌਕੇ 'ਤੇ ਬੰਦਾ ਚੋਰੀ ਕਰਦਾ ਫੜਿਆ ਜਾਂਦਾ ਮਤਲਬ ਕਿਸੇ ਨੇ ਡਾਇਰੈਕਟ ਤਾਰ ਲਾਈ ਹੋਈ ਹੈ ਜਾਂ ਆਪਣੇ ਮੀਟਰ ਦੇ ਨਾਲ ਕੋਈ ਛੇੜਛਾੜ ਕੀਤੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਉਹਦਾ ਆਪਾਂ ਮੌਕੇ ਦੇ ਉੱਪਰ ਤਾਂ ਕਨੈਕਸ਼ਨ ਕੱਟ ਦਿੰਦੇ ਹਾਂ ਜੀ ਤੇ ਨਾਲ ਉਹਨੂੰ 24 ਘੰਟਿਆਂ ਦੇ ਵਿੱਚ ਅਸੀਂ ਨੋਟਿਸ ਜਾਰੀ ਕਰਦੇ ਹਾਂ ਕੁਛ ਅਮਾਊਂਟ ਤਿਆਰ ਕਰਕੇ ਪਿਛਲੇ 1 ਸਾਲ ਦੇ ਉਹਨੂੰ ਚਾਰਜਿਸ ਪੈਂਦੇ ਨੇ ਤੇ ਉਸ ਤੋਂ ਇਲਾਵਾ ਵੀ ਉਹਦੀ ਇੱਕ ਆਪਣੇ ਕੰਪਾਊਂਡਿੰਗ ਫੀਸ ਵੀ ਹੁੰਦੀ ਹੈ ਜੋ ਉਹਨੂੰ ਸਰਕਾਰ ਨੂੰ ਭਰਨੀ ਪੈਂਦੀ ਹੈ ਤੇ ਇਸ ਤੋਂ ਇਲਾਵਾ ਉਹਦੀ FIR ਵੀ ਦਰਜ ਹੁੰਦੀ ਹੈ ਤੇ ਇਹ ਸਾਰੀਆਂ ਕਾਰਵਾਈਆਂ ਉਹਦੇ ਉੱਪਰ ਕੀਤੀਆਂ ਜਾਂਦੀਆਂ। ਕਿੰਨੀ ਦੇਰ ਦੀ ਸਜ਼ਾ ਹੁੰਦੀ ਹੈ ਜੀ FIR ਦਰਜ ਹੋ ਜਾਵੇ ਤਾਂ? ਉਹ ਆਪਣੇ ਜੱਜ 'ਤੇ ਡਿਪੈਂਡ ਕਰਦਾ ਜੀ ਕਿਉਂਕਿ FIR ਦਾ ਇੱਕ ਕੇਸ ਚੱਲਦਾ ਫਿਰ ਡਿਵੀਜ਼ਨ ਪਟਿਆਲਾ ਦੇ ਵਿੱਚ ਤੇ ਉਹ ਜੋ ਡਿਸਾਈਡ ਕਰਦੇ ਨੇ ਉਹਦੇ ਮੁਤਾਬਕ ਫਿਰ ਉਹਨੂੰ ਸਜ਼ਾ ਹੁੰਦੀ ਹੈ ਜੀ। ਇੱਕ ਚੀਜ਼ ਹੋਰ ਵੀ ਕਈ ਵਾਰ ਅਮੂਮਨ ਦੇਖਣ ਆਉਂਦੇ, 1-2 ਕੇਸ ਮੇਰੇ ਕੋਲ ਵੀ ਆਏ, ਉਹ ਕਹਿੰਦੇ ਜੀ ਅਸੀਂ ਚੋਰੀ ਨਹੀਂ ਕੀਤੀ ਲੇਕਿਨ ਸਾਡੇ 'ਤੇ ਚੋਰੀ ਦਾ ਇਲਜ਼ਾਮ ਲੱਗ ਗਿਆ ਕਿ ਅਸੀਂ ਬਿਜਲੀ ਚੋਰੀ ਕੀਤੀ ਹੈ। ਐਸੇ ਕੇਸਾਂ ਵਾਸਤੇ ਕੀ ਹੁੰਦਾ ਹੈ? ਕੀ ਕੋਈ ਐਸੀ ਕਮੇਟੀ ਹੁੰਦੀ ਹੈ ਜਿਹੜੀ ਉਸ ਦੇ ਉੱਤੇ ਜਿਹੜਾ ਹੈ ਕੰਮ ਕਰ ਸਕੇ ਔਰ ਜੇ ਉਹਨਾਂ ਨੇ ਚੋਰੀ ਨਹੀਂ ਕੀਤੀ ਤਾਂ ਸਾਬਿਤ ਹੋ ਸਕੇ ਇਹ ਚੋਰੀ ਨਹੀਂ ਕੀਤੀ ਜਾਂ ਚੋਰੀ ਕੀਤੀ ਤਾਂ ਚੋਰੀ ਦਾ ਪਤਾ ਲੱਗ ਸਕੇ? ਸਰ ਜਿਹੜੀ ਧਾਰਾ 135 ਦੇ ਅਧੀਨ ਜਿਹੜਾ ਚੋਰੀ ਦਾ ਕੇਸ ਦਰਜ ਹੋ ਜਾਂਦਾ ਕਿਸੇ ਦੇ ਉੱਪਰ ਤਾਂ ਉਹਦੇ ਬਾਅਦ PSPCL ਦੇ ਕਿਸੇ ਅਧਿਕਾਰੀ ਦੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਵੀ ਉਹਦੀ ਅਪੀਲ ਉਹ ਐਕਸੈਪਟ ਕਰ ਸਕੇ। ਉਸ ਤੋਂ ਬਾਅਦ ਬਸ ਇਹੀ ਹੈ ਵੀ ਉਹ ਬੰਦਾ ਆਪਣਾ ਵੀ ਕੋਰਟ ਹੈ ਸੰਬੰਧਿਤ ਉਹਨੂੰ ਆਪਣੇ ਅਪਰੋਚ ਕਰੇ ਤੇ ਜੱਜ ਤੋਂ ਇਲਾਵਾ ਇਹਦਾ ਚੋਰੀ ਕੇਸ ਦੇ ਵਿੱਚ ਕੋਈ ਹੋਰ ਸੁਣਵਾਈ ਨਹੀਂ ਕਰ ਸਕਦਾ। ਅੱਛਾ, ਜੇ ਆਪਾਂ ਗੱਲ ਕਰੀਏ ਗਰਮੀਆਂ 'ਚ ਬਹੁਤ ਲਾਈਟ ਜਾਂਦੀ ਹੈ, ਲੋਕ ਬਹੁਤ ਪਰੇਸ਼ਾਨ, ਪਿਛਲੇ ਗਰਮੀਆਂ 'ਚ ਵੀ ਤੁਸੀਂ ਕਾਫੀ ਸਫਾਈਆਂ ਦਿੰਦੇ ਨਜ਼ਰ ਆਏ ਲੋਕਾਂ ਨੂੰ ਕਿ ਜੀ ਬਿਜਲੀ ਦੀ ਇਹ ਕੀ ਪ੍ਰੋਬਲਮ ਹੈ ਕਿ ਬਿਜਲੀ ਗਰਮੀਆਂ ਦੇ ਵਿੱਚ ਇੰਨਾ ਜ਼ਿਆਦਾ ਕੀ ਲੋਡ ਹੈ ਮਲੇਰਕੋਟਲੇ ਦੇ ਉੱਤੇ ਕਿ ਮਤਲਬ ਇੰਨਾ ਜ਼ਿਆਦਾ ਪ੍ਰੈਸ਼ਰ ਕਿਵੇਂ ਵੱਧ ਜਾਂਦਾ ਹੈ? ਸਰ ਗਰਮੀਆਂ ਦੇ ਵਿੱਚ ਕੀ ਹੁੰਦਾ ਇੱਕ ਤਾਂ ਆਪਣਾ ਪੈਡੀ ਸੀਜ਼ਨ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਝੋਨੇ ਦੀ ਬਿਜਾਈ ਵਗੈਰਾ ਦਾ ਕਹਿੰਦੇ ਆ ਤੇ ਉਦੋਂ ਮੋਟਰਾਂ ਵਗੈਰਾ ਦਾ ਲੋਡ ਵੀ ਕਾਫੀ ਜ਼ਿਆਦਾ ਹੁੰਦਾ ਹੈ ਸਰਦੀਆਂ ਦੇ ਕੰਪੈਰੇਟਿਵਲੀ ਤੇ ਉਸ ਤੋਂ ਇਲਾਵਾ ਵੀ ਆਪਣੇ ਜਿਵੇਂ AC ਵਗੈਰਾ ਚੱਲ ਪੈਂਦੇ ਨੇ ਜੀ ਹੋਰ ਚੀਜ਼ਾਂ ਹੁੰਦੀਆਂ ਨੇ ਉਹਦੇ ਨਾਲ ਕੀ ਹੈ ਵੀ ਜਿਨ੍ਹਾਂ ਆਪਣੇ ਫੀਡਰਸ ਦੇ ਉੱਪਰ ਸਾਡੇ ਇਸ ਟਾਈਮ ਤਕਰੀਬਨ 80 ਐਂਪੀਅਰ ਦੇ ਕਰੀਬ ਕਰੰਟ ਚੱਲ ਰਿਹਾ ਹੈ ਉਹ 200 ਨੂੰ ਵੀ ਕ੍ਰਾਸ ਕਰ ਜਾਂਦਾ ਜੀ। ਉਹਦੇ ਕਰਕੇ ਕੀ ਹੈ ਵੀ ਆਪਣੇ ਜੋ ਗਰਿੱਡ ਨੇ ਉਹ ਓਵਰਲੋਡ ਹੋ ਜਾਂਦੇ ਆ। ਆਪਣੇ ਤੁਹਾਨੂੰ ਪਤਾ ਵੀ ਮਲੇਰਕੋਟਲੇ ਦੇ ਵਿੱਚ ਇੱਕ ਆਹ ਪੁਰਾਣਾ ਗਰਿੱਡ ਹੈ 66 KV ਮਲੇਰਕੋਟਲਾ, ਇਹ ਗਰਿੱਡ ਨੂੰ ਲੱਗੇ ਹੋਏ ਤਕਰੀਬਨ ਆਪਣੇ 35-36 ਸਾਲ ਹੋ ਚੁੱਕੇ ਨੇ ਜੀ ਤੇ ਉਸ ਤੋਂ ਬਾਅਦ ਇਹਦਾ ਕੋਈ ਸਮਰੱਥਾ ਦੇ ਵਿੱਚ ਵਾਧਾ ਨਹੀਂ ਹੋਇਆ ਤੇ ਹੁਣ ਅਸੀਂ 2017 ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ ਇਹਦੀ ਸਮਰੱਥਾ ਵਧਾਉਣ ਦਾ ਜੋ ਕਿ ਹੁਣ ਆਪਣੇ ਆਖਰੀ ਚਰਨਾਂ ਦੇ ਵਿੱਚ ਪਹੁੰਚ ਚੁੱਕਿਆ। ਹੁਣ ਕੇਬਲ ਪੈ ਰਹੀ ਹੈ ਆਪਣੇ ਇੱਧਰੋਂ ਆਪਣੇ ਠੰਡੀ ਸੜਕ ਤੋਂ ਲੈ ਕੇ ਆਪਣੇ 66 KV ਗਰਿੱਡ ਮਲੇਰਕੋਟਲਾ ਤੱਕ ਇੱਕ ਕੇਬਲ ਪਾਈ ਜਾਣੀ ਹੈ ਤੇ ਉਹ ਕੇਬਲ ਪੈਣ ਤੋਂ ਬਾਅਦ ਇਹਦੀ ਸਮੱਸਿਆ ਕੁਝ ਸਾਲਾਂ ਵਾਸਤੇ ਹੱਲ ਹੋ ਜਾਏਗੀ। ਤੇ ਇਸ ਟਾਈਮ ਅਸੀਂ ਇੱਕ ਪ੍ਰਪੋਜ਼ਲ ਭੇਜੀ ਹੋਇਆ ਲੁਧਿਆਣਾ ਰੋਡ ਦੇ ਉੱਪਰ ਇੱਕ ਨਵਾਂ ਗਰਿੱਡ ਬਣਾਉਣ ਦੀ ਤੇ ਇੱਕ ਆਦਮਵਾਲ ਅਸੀਂ ਜਗ੍ਹਾ ਦੇਖੀ ਹੈ, ਜੇ ਉਹ ਆਪਣਾ ਸੈਂਕਸ਼ਨ ਹੋ ਜਾਂਦਾ ਤਾਂ ਉੱਥੇ ਵੀ ਲੱਗ ਸਕਦਾ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ਇੱਕ ਖੰਨਾ ਰੋਡ ਦੇ ਉੱਪਰ ਲਗਾਉਣ ਦੀ ਆਪਾਂ ਪ੍ਰਪੋਜ਼ਲ ਭੇਜੀ ਸੀ ਪਰ ਉੱਥੇ ਜ਼ਮੀਨ ਕੋਈ ਹਜੇ ਤੱਕ ਉਪਲਬਧ ਨਹੀਂ ਹੋ ਸਕੀ। ਮਲੇਰਕੋਟਲੇ ਨੂੰ ਇਸ ਟਾਈਮ ਘੱਟੋ ਘੱਟ 2 ਜਾਂ 3 ਹੋਰ ਗਰਿੱਡਾਂ ਦੀ ਨਵਿਆਂ ਦੀ ਜ਼ਰੂਰਤ ਹੈ। ਕਿੰਨੇ KV ਦੇ ਗਰਿੱਡ ਲੱਗਣੇ ਦੀ ਜ਼ਰੂਰਤ? ਉਹ ਜਿਵੇਂ ਆਪਣੀ ਸਰ ਲੋਡ ਗਰੋਥ ਹੁੰਦੀ ਹੈ ਟਰਾਂਸਫਾਰਮਰ ਤਾਂ ਉਹਦੇ ਮੁਤਾਬਕ ਰੱਖੇ ਜਾ ਸਕਦੇ ਨੇ ਕਿਉਂਕਿ ਫਿਲਹਾਲ ਤਾਂ ਜੋ ਆਪਣਾ ਮਲੇਰਕੋਟਲਾ ਇਹ ਇੱਕ ਵਾਰ ਅੰਡਰਲੋਡ ਹੋ ਜਾਊਗਾ ਆਪਣਾ ਕੇਬਲ ਪੈਣ ਤੋਂ ਬਾਅਦ ਪਰ ਉਸ ਤੋਂ ਬਾਅਦ ਵੀ ਆਪਾਂ ਜੇ 20 MVA ਦੇ 2 ਜਾਂ 3 ਹੋਰ ਟਰਾਂਸਫਾਰਮਰ ਕਿਤੇ ਰੱਖੇ ਜਾਣ ਤਾਂ ਆਪਣੇ ਮਲੇਰਕੋਟਲੇ ਨੂੰ ਅਗਲੇ 10 ਸਾਲਾਂ ਵਾਸਤੇ ਤਕਰੀਬਨ ਰਾਹਤ ਮਿਲ ਸਕਦੀ ਹੈ ਜੀ। ਕੀ ਕਾਰਨ ਮੰਨਦੇ ਹੋ? ਕਿਆ ਖਪਤ ਬਹੁਤ ਜ਼ਿਆਦਾ ਵੱਧ ਗਈ ਹੈ ਮਲੇਰਕੋਟਲੇ 'ਚ? ਸਰ ਜਿਵੇਂ ਲੋਕਾਂ ਦਾ ਲਿਵਿੰਗ ਸਟੈਂਡਰਡ ਹਾਈ ਹੋ ਰਿਹਾ ਤਕਰੀਬਨ ਹਰ ਘਰ ਦੇ ਵਿੱਚ ਹੁਣ AC ਵੀ ਲੱਗ ਗਏ ਨੇ ਆਪਣੇ
ਪਹਿਲਾਂ ਕੀ ਸੀ, ਲੋਕ ਇਕੱਲੇ ਪੱਖਿਆਂ ਦੀ ਵਰਤੋਂ ਕਰਦੇ ਸੀ, ਉਹਦੇ ਬਾਅਦ ਹੁਣ ਲੋਕਾਂ ਨੇ ਕੂਲਰ ਵਰਤਣੇ ਸ਼ੁਰੂ ਕੀਤੇ, ਹੁਣ ਕੂਲਰ ਦਾ ਟਰੈਂਡ ਵੀ ਚਲਿਆ ਗਿਆ। ਹੁਣ ਲੋਕ ਜ਼ਿਆਦਾਤਰ ਕੀ ਆ ਵੀ ਏਸੀ ਦੀ ਕੋਸਟ ਘਟ ਗਈ ਹੈ ਤੇ ਏਸੀ ਲਗਾਉਣਾ ਲੋਕ ਪਸੰਦ ਕਰਦੇ ਨੇ, ਉਹਦੇ ਕਰਕੇ ਵੀ ਹੁਣ ਆਪਣੀ ਦਿਨੇ ਦਿਨੇ ਡਿਮਾਂਡ ਵੱਧ ਰਹੀ ਹੈ। ਬਾਕੀ ਆਪਣੀ ਆਬਾਦੀ ਵੀ ਵੱਧ ਰਹੀ ਹੈ ਜੀ, ਤੁਹਾਨੂੰ ਪਤਾ ਹੀ ਹੈ, ਪਹਿਲਾਂ ਮਲੇਰਕੋਟਲਾ ਇੱਕ 4 ਦੀਵਾਰੀ ਦੇ ਅੰਦਰ ਹੁੰਦਾ ਸੀ, ਜੋ ਹੁਣ ਫੈਲਦੇ ਫੈਲਦੇ ਉਹਦੇ ਨਾਲੋਂ 4 ਗੁਣਾ ਜ਼ਿਆਦਾ ਫੈਲ ਚੁੱਕਿਆ। ਇਸ ਤਰ੍ਹਾਂ ਨਾਲ ਵੀ ਆਪਣਾ ਲੋਡ ਹੌਲੀ ਹੌਲੀ ਵੱਧ ਹੀ ਰਿਹਾ ਹੈ। ਅਸ਼ਰ ਸਾਹਿਬ, ਇੱਕ ਬੜੀ ਚੀਜ਼ ਦੇਖਣ ਨੂੰ ਮਿਲਦੀ ਹੈ, ਆਪਾਂ ਜੇ ਬਾਜ਼ਾਰ ਜਾਈਏ, ਮੁਹੱਲੇ ਜਾਈਏ, ਤਾਰਾਂ ਬੜੀਆਂ ਫੈਲੀਆਂ ਪਈਆਂ, ਕਈ ਜਗ੍ਹਾ ਤਾਂ ਲਟਕੀਆਂ ਪਈਆਂ, ਇਹਦੇ 'ਤੇ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਕੀ ਕਾਰਨ ਹੈ? ਸਰ, ਆਪਣਾ ਸ਼ਹਿਰ ਇੱਕ ਨਾ ਬਹੁਤ ਕੰਜਸਟਿਡ ਸ਼ਹਿਰ ਹੈ। ਇੱਕ ਤਾਂ ਇੱਥੇ ਹਰ ਜਗ੍ਹਾ 'ਤੇ ਪੋਲ ਨਹੀਂ ਲੱਗ ਸਕਦੇ, ਦੂਜਾ ਕਿ ਕਾਫੀ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਮਿਊਨਿਸਪਲ ਕਮੇਟੀ ਨੇ ਕੋਈ ਧਿਆਨ ਨਹੀਂ ਦਿੱਤਾ, ਲੋਕਾਂ ਨੇ ਵਾਧਰੇ ਬਹੁਤ ਜ਼ਿਆਦਾ ਵਧਾ ਲਏ ਨੇ, ਆਪਣੇ ਹਰ ਘਰ ਦੇ ਅੱਗੇ ਵੱਧ ਗਏ ਨੇ। ਜੇ ਉਹ ਨਾ ਹੁੰਦੇ ਤਾਂ ਸ਼ਾਇਦ ਪੋਲ ਲਗਾਉਣਾ ਪੋਸੀਬਲ ਵੀ ਸੀ, ਪਰ ਹੁਣ ਜੇ ਵਾਧਰੇ ਤੋਂ ਆਪਾਂ ਹਟਾ ਕੇ ਲਾਉਂਦੇ ਆ ਤਾਂ ਆਪਣਾ ਪੋਲ ਸੜਕ ਦੇ ਵਿੱਚ 3-4 ਫੁੱਟ ਅੰਦਰ ਆ ਜਾਂਦਾ ਹੈ। ਗਲੀਆਂ ਜੋ ਆਪਣੀਆਂ ਨੇ ਮਸਾਂ 5-5 6-6 ਫੁੱਟ ਚੌੜੀਆਂ ਨੇ, ਉੱਥੇ ਪੋਲ ਲਗਾ ਪਾਉਣਾ ਪੋਸੀਬਲ ਹੀ ਨਹੀਂ। ਅਤੇ ਉਹਨਾਂ ਨੇ ਕੀ ਕੀਤਾ ਵੀ ਜਿਵੇਂ ਕੰਧਾਂ ਦੇ ਨਾਲ ਹੀ ਲੋਕਾਂ ਦੇ ਤਾਰਾਂ ਵਗੈਰਾ ਉਵੇਂ ਬੰਨ੍ਹ ਦਿੱਤੀਆਂ, ਉਹਦੇ ਕਰਕੇ ਵੀ ਇਹ ਦੇਖਣ ਨੂੰ ਕਾਫੀ ਚੰਗਾ ਜਿਹਾ ਨਹੀਂ ਲੱਗਦਾ। ਪਰ ਹੁਣ ਇਹ ਜੋ ਪ੍ਰੋਜੈਕਟ ਹੈ ਕਾਫੀ ਕਰੋੜਾਂ ਦਾ ਪ੍ਰੋਜੈਕਟ ਸੀ ਉਹ, ਅਤੇ ਉਹਨੂੰ ਦੁਬਾਰਾ ਕਰਨ ਵਾਸਤੇ ਐਡਾ ਲੰਬਾ ਮਨਜ਼ੂਰੀ ਲੈਣੀ ਹਜੇ ਪੋਸੀਬਲ ਨਹੀਂ ਹੈਗੀ। ਜਦੋਂ ਆਪਾਂ ਨੂੰ ਮਨਜ਼ੂਰੀ ਮਿਲ ਗਈ, ਆਪਾਂ ਇਹ ਸਾਰੀਆਂ ਤਾਰਾਂ ਵੀ ਸਹੀ ਕਰਾ ਦਿਆਂਗੇ। ਫਿਲਹਾਲ ਸਾਡਾ ਜੋ ਪ੍ਰੋਜੈਕਟ ਚੱਲ ਰਿਹਾ ਵੀ ਜੋ ਘਰਾਂ ਦੇ ਉੱਪਰ ਦੀ ਆਪਣੇ ਪੁਰਾਣੀਆਂ ਫੀਡਰ ਜਾ ਰਹੇ ਸੀ, ਉਹਨਾਂ ਨੂੰ ਹਟਾਉਣ ਦੇ ਵਾਸਤੇ ਹੁਣ ਸਰਕਾਰ ਨੇ ਸਾਨੂੰ ਪੈਸੇ ਜਾਰੀ ਕੀਤੇ ਨੇ, ਉਹ ਚੱਲ ਰਿਹਾ ਸਾਡਾ ਪ੍ਰੋਜੈਕਟ। ਅਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਪੋਲ ਸੜਕਾਂ ਦੇ ਵਿਚਕਾਰ ਲੱਗੇ ਹੋਏ ਨੇ ਜਾਂ ਕੁਝ ਚੌਂਕ ਨੇ ਆਪਣੇ, ਉਹਨਾਂ ਦੇ ਵਿੱਚ ਟਰਾਂਸਫਾਰਮਰ ਵਿਚਾਲੇ ਪਏ ਹੋਏ ਨੇ, ਉਹਨਾਂ ਨੂੰ ਸਾਈਡ ਕਰਨ ਦਾ ਵੀ ਅਸੀਂ ਹੁਣ ਚਲਾਇਆ ਹੋਇਆ ਇਸ ਟਾਈਮ। ਹੌਲੀ ਹੌਲੀ ਕਰਕੇ ਵੀ ਇਹ ਕੰਮ ਆਪਣੇ ਸਿਰੇ ਚੜ੍ਹ ਜਾਣਗੇ। ਆਖਿਰ 'ਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮਲੇਰਕੋਟਲਾ ਤੇ ਪੰਜਾਬ ਦੀ ਜਨਤਾ ਨੂੰ? ਮਲੇਰਕੋਟਲਾ ਅਤੇ ਪੰਜਾਬ ਦੀ ਜਨਤਾ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਵੀ ਆਪਣਾ ਜੋ ਵੀ ਬਿੱਲ ਆਉਂਦਾ ਹੈ, ਆਪਾਂ ਜੋ ਬਿਜਲੀ ਦੀ ਵਰਤੋਂ ਕਰਦੇ ਹਾਂ ਉਸੇ ਦਾ ਬਿੱਲ ਆਉਂਦਾ ਹੈ। ਬਿਜਲੀ ਇੱਕ ਚੀਜ਼ ਹੈ ਜੋ ਆਪਾਂ ਨੂੰ ਖਰੀਦਣੀ ਪੈਂਦੀ ਹੈ ਜਾਂ ਉਹਦਾ ਕੋਈ ਉਤਪਾਦਨ ਕਰਨਾ ਪੈਂਦਾ, ਉਹਦੇ ਉੱਪਰ ਕੁਛ ਨਾ ਕੁਛ ਖਰਚਾ ਸਰਕਾਰ ਦਾ ਜਾਂ ਜੋ ਵੀ ਸਾਡੇ ਮਹਿਕਮੇ ਦਾ ਵੀ ਆਉਂਦਾ ਹੈ, ਅਤੇ ਲੋਕ ਸਮੇਂ ਸਿਰ ਬਿੱਲ ਨੂੰ ਭਰਨਾ ਆਪਣੀ ਉਹ ਇੱਕ ਜ਼ਰੂਰੀ ਸਮਝਣ। ਅਤੇ ਇਸ ਤੋਂ ਇਲਾਵਾ ਵੀ ਜਿਹੜੇ ਚੋਰੀ ਵਗੈਰਾ ਕਰਦੇ ਆ ਲੋਕ, ਉਹਨਾਂ ਨੂੰ ਮੈਂ ਸੰਦੇਸ਼ ਦਊਂਗਾ ਵੀ ਚੋਰੀ ਨਾ ਕਰਨ। ਚੋਰੀ ਇੱਕ ਬਹੁਤ ਮਾੜੀ ਚੀਜ਼ ਹੈ, ਉਹਦੇ ਨਾਲ ਭਵਿੱਖ ਦੇ ਵਿੱਚ ਬੰਦੇ ਨੂੰ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਹੁੰਦਾ ਹੈ। ਜੋ ਲੋਕ ਆਪਣੇ ਕਈ ਮੀਟਰ ਨੂੰ ਟੈਂਪਰ ਕਰਾ ਲੈਂਦੇ ਆ ਲੋਕਾਂ ਤੋਂ, ਕਈ ਪ੍ਰਾਈਵੇਟ ਬੰਦੇ ਟੈਂਪਰ ਵੀ ਕਰ ਦਿੰਦੇ ਆ, ਤਾਂ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਮੀਟਰ ਜਦੋਂ ਵੀ ਕਦੇ ਵਾਪਸ ਹੋਊਗਾ ਜਾ ਕੇ, ਉਹ ਹਮੇਸ਼ਾ ME ਲੈਬ ਦੇ ਵਿੱਚ 100% ਉਹਦੀ ਚੈਕਿੰਗ ਹੁੰਦੀ ਹੈ, ਅਤੇ ਉਹ ਟੈਂਪਰਿੰਗ ਕਿਸੇ ਵੀ ਤਰ੍ਹਾਂ ਦੀ ਹੋਵੇ ਉੱਥੇ ਫੜੀ ਜਾਂਦੀ ਹੈ, ਅਤੇ ਬੰਦੇ ਨੂੰ ਫਿਰ ਪਿਛਲੇ ਸਾਰੇ ਪੈਸੇ ਪੈ ਜਾਂਦੇ ਨੇ। ਇਸ ਕਰਕੇ ਉਹ ਉਹਨਾਂ ਦੀ ਗੱਲਾਂ ਦੇ ਵਿੱਚ ਨਾ ਆਉਣ। ਤੁਸੀਂ ਦੇਖ ਰਹੇ ਸੀ ਕਿ ਅਮੀਰ ਅਸ਼ਰਫ ਜੀ ਤੁਹਾਨੂੰ ਦੱਸ ਰਹੇ ਸੀ ਕਿ ਵੀ ਕਿਵੇਂ ਤੁਸੀਂ ਜਿਹੜਾ ਹੈ ਬਿਜਲੀ ਵਿਭਾਗ ਦਾ ਲਾਹਾ ਲੈ ਸਕਦੇ ਹੋ, ਉਹਦੇ ਫਾਇਦੇ ਉਠਾ ਸਕਦੇ ਹੋ। ਉੱਥੇ ਹੀ ਉਹ ਇਹ ਵੀ ਦੱਸ ਰਹੇ ਸੀ ਕਿ ਜੇ ਤੁਸੀਂ ਟੈਂਪਰ ਕਰਦੇ ਹੋ ਜਾਂ ਕੁਛ ਵੀ ਕਰਦੇ ਹੋ, ਪੈਸੇ ਤੁਹਾਨੂੰ ਫੇਰ ਵੀ ਭਰਨੇ ਪੈਣਗੇ, ਕਿਉਂਕਿ ਇਹਨਾਂ ਦੇ ਜਿਹੜੇ ਇਨਵੈਸਟੀਗੇਸ਼ਨ ਆਫੀਸਰਸ ਹੈ ਉਹ ਪਤਾ ਲਾ ਹੀ ਲੈਂਦੇ ਹੈ ਕਿ ਵੀ ਇਹ ਬਿਜਲੀ ਦਾ ਜਿਹੜਾ ਮੀਟਰ ਹੈ ਇਹ ਟੈਂਪਰ ਹੋਇਆ ਜਾਂ ਨਹੀਂ ਹੋਇਆ। ਇਸ ਕਰਕੇ ਇਸ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਇਹ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ। ਵੈਨਿਸ ਟਾਈਮਸ ਦੇ ਲਈ ਹੁਸੈਨ ਸ਼ੇਖ, ਮਲੇਰਕੋਟਲਾ, ਪੰਜਾਬ।